मैं अपने शहर ਅੰਮ੍ਰਿਤਸਰ ਦੀ ਪ੍ਰੈਸ ਦਾ बहुत बहुत ਧੰਨਵਾਦ ਕਰਦਾ ਜਿਨ੍ਹਾਂ ਦੇ ਕਾਫੀ ਚਿਰ ਪਿੱਛੋਂ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਤੇ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਉਹ ਡੇਰਾ ਰਾਧਾ ਸੁਆਮੀ ਦੇ ਸੰਬੰਧ ਵਿੱਚ, ਜੋ ਕਿ ਆਪ ਜੀ ਨੂੰ ਪਤਾ ਹੈ ਕਿ ਸਿਆਣੇ ਕਹਿੰਦੇ ਆ ਕਿ ਦੇਰ ਆਏ ਦਰੁਸਤ ਆਏ। ਆਪ ਨੂੰ ਪਤਾ ਹੈ ਕਿ ਆਰਮੀ ਨੇ ਡੇਰਾ ਬਿਆਸ ਦੇ ਲਾਗੇ ਜਿਹੜੀਆਂ ਜ਼ਮੀਨਾਂ ਸੀ ਕਿਸਾਨਾਂ ਦੀਆਂ ਐਕਵਾਇਰ ਕੀਤੀਆਂ ਸੀ, ਲੇਕਿਨ ਉਹਨਾਂ ਕਾਫੀ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਵੀ ਡੇਰਾ ਰਾਧਾ ਸੁਆਮੀਆਂ ਨੇ ਆਰਮੀ ਦੀ ਜ਼ਮੀਨ ਦੇ ਉੱਤੇ ਕੀਤਾ ਹੋਇਆ। ਲੇਕਿਨ ਹੁਣ ਜਿਹੜਾ ਇੱਕ ਕੇਸ ਹੋਇਆ, ਜਿਹੜਾ ਅੱਜ ਅਖਬਾਰਾਂ ਦੇ ਵਿੱਚ ਖਬਰਾਂ ਵੀ ਆਈਆਂ ਨੇ ਕਿ ਹਾਈ ਕੋਰਟ ਦੇ ਵਿੱਚ ਯੂਨੀਅਨ ਆਫ ਇੰਡੀਆ ਨੇ ਇੱਕ ਕੇਸ ਪਾਇਆ ਕਿ ਜਿਹੜੀਆਂ ਡੀਪੂ ਦੇ ਲਾਗੇ 1000 ਮੀਟਰ ਦੀ ਦੂਰੀ ਦੇ ਅੰਦਰ ਜਿਹੜੀਆਂ ਇਹਨਾਂ ਨੇ ਬਿਲਡਿੰਗਾਂ ਬਣਾਈਆਂ ਨੇ ਜਾਂ ਚਾਰਦੀਵਾਰੀ ਬਣਾਈ ਹੈ, ਤੇ ਉਹ ਜਿਹੜੀ ਆ ਉਹ ਹਾਈ ਕੋਰਟ ਦੇ ਆਰਡਰਾਂ ਨਾਲ ਕੱਲ੍ਹ ਨੂੰ ਜਾਣੀ ਕਿ 11 ਜੂਨ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜਿਹੜਾ ਆਪ ਖੁਦ ਉੱਥੇ ਨਿਸ਼ਾਨਦੇਹੀ ਕਰਾਉਣ ਵਾਸਤੇ ਜਾ ਰਿਹਾ। ਔਰ ਮੈਂ ਕਹਾਂਗਾ ਕਿ ਬਹੁਤ ਵਧੀਆ ਇਹ ਸ਼ੁਰੂਆਤ ਹੈ, ਕਿਉਂਕਿ ਇਸ ਡੇਰੇ ਨੂੰ ਹੁਣ ਤੱਕ ਜਿਸ ਤਰ੍ਹਾਂ ਸਮੇਂ ਦੀਆਂ ਸਰਕਾਰਾਂ ਨੇ ਤੇ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੂੰ ਹਰ ਤਰ੍ਹਾਂ ਦੀ ਖੁੱਲ੍ਹੀ ਛੂਟ ਦਿੱਤੀ ਹੋਈ ਸੀ। ਇਹਨਾਂ ਨੇ ਹੁਣ ਤੱਕ 20-22 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ, ਦਰਿਆ ਦੇ ਵਹਾਅ ਬਦਲ ਦੇਣੇ, ਗੁਰਦੁਆਰਿਆਂ ਦੀਆਂ ਜ਼ਮੀਨਾਂ 'ਤੇ ਕਬਜ਼ੇ, ਇੱਥੋਂ ਤੱਕ ਕਿ ਸ਼ਡਿਊਲ ਕਾਸਟਾਂ ਦੀਆਂ ਜ਼ਮੀਨਾਂ ਦੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ 2-2 ਮਰਲੇ ਦੇ ਜਿਹੜੇ ਕਬਜ਼ੇ ਸੀ ਉਹਨਾਂ 'ਤੇ ਵੀ ਇਹਨਾਂ ਨੇ 2-2 ਮਰਲੇ ਦੇ ਜਿਹੜਾ ਜ਼ਮੀਨ ਪਲਾਟ ਸੀ ਉਹਨਾਂ 'ਤੇ ਵੀ ਕਬਜ਼ੇ। ਸੋ ਬਹੁਤਾਂ ਕੀਤਾ। ਤੇ ਇੱਕ ਕੇਸ ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦਾ ਕਿ ਆਹ ਪਿੰਡ ਵੜੈਚ, ਜਿਸ ਵੜੈਚ ਪਿੰਡ ਦੀ ਸੈਂਕੜੇ ਏਕੜ ਜ਼ਮੀਨ ਇਹ 1983 ਤੋਂ ਲੈ ਕੇ ਤੇ ਹੁਣ ਤੱਕ ਹੜੱਪ ਕਰ ਚੁੱਕੇ ਨੇ, ਲੇਕਿਨ 2015 ਦੇ ਵਿੱਚ ਇਹਨਾਂ ਨੇ 79 ਏਕੜ 5 ਕਨਾਲ 10 ਮਰਲੇ ਜ਼ਮੀਨ ਜਿਹੜੀ ਆ ਉਹ ਇੱਕ ਫਰਜ਼ੀ ਤਬਾਦਲਾ ਕਰਕੇ ਤੇ ਇਹ ਜ਼ਮੀਨ ਅੰਦਰ ਲੈ ਰਹੇ ਸੀ ਤੇ ਉਹਨਾਂ ਨੂੰ ਕਿਤੇ ਦੇ ਰਹੇ ਸੀ। ਲੇਕਿਨ ਉਹ ਇਹਨਾਂ ਦਾ ਜਿਹੜਾ ਕੰਮ ਸੀ ਸਿਰੇ ਨਾ ਚੜਿਆ ਤੇ ਫਿਰ ਇਹਨਾਂ ਨੇ ਪੰਚਾਇਤ ਕੋਲੋਂ ਰੈਜੂਲੇਸ਼ਨ ਪਾ ਕੇ ਤੇ ਉਹ ਜ਼ਮੀਨ ਜਿਹੜੀ 80 ਏਕੜ ਜ਼ਮੀਨ ਆ ਉਹਨੂੰ ਇਹਨਾਂ ਨੇ ਬੰਜਰ ਤੇ ਉਹਦੇ ਵਿੱਚ ਝੰਗੀ ਝਾੜੀ ਇਹ ਲੈ ਕੇ ਰੇਤਾ ਖੱਡੇ ਦੱਸ ਕੇ ਤੇ ਬੇਆਬਾਦ ਦੱਸ ਕੇ ਤੇ ਉਹ ਜ਼ਮੀਨ ਇਹਨਾਂ ਨੇ ਬੋਲੀ ਕਰਾਉਣੀ ਸੀ, ਜਿਹਦੀ ਕਿ ਬੋਲੀ 4 ਤੇ 5 ਜਨਵਰੀ 2016 ਨੂੰ ਹੋਣੀ ਸੀ। ਲੇਕਿਨ ਮੇਰੇ ਕੋਲ ਪਿੰਡ ਦੇ ਆਦਮੀ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਇਹ ਸਾਡੀ ਜ਼ਮੀਨ ਜਾ ਰਹੀ ਆ ਤੇ ਤੁਸੀਂ ਇਹ ਸਾਡੀ ਜ਼ਮੀਨ ਬਚਾਓ। ਮੈਂ ਹਾਈ ਕੋਰਟ ਤੱਕ ਪਹੁੰਚ ਕੀਤੀ ਔਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਜ਼ਮੀਨ ਦੇ ਉੱਤੇ ਸਟੇ ਕਰਤਾ ਤੇ ਉਸ ਤੋਂ ਬਾਅਦ 8/12/2018 ਦੇ ਵਿੱਚ ਆ ਹਾਈ ਕੋਰਟ ਦੇ ਆਰਡਰ ਨੇ 8/12/2016 ਦੇ ਆ ਆਰਡਰ ਨੇ ਜਿਹੜੇ ਕਿ ਉਹ ਮੈਂ ਕੇਸ ਪਾਇਆ ਸੀ 80 ਏਕੜ ਜ਼ਮੀਨ ਜਿਹੜੀ ਇਹ ਫਰਜ਼ੀ ਬੋਲੀ ਕਰਕੇ ਤੇ ਕੌਡੀਆਂ ਦੇ ਭਾਅ ਲਿਜਾ ਰਹੇ ਸਨ ਤੇ ਉਹ ਜ਼ਮੀਨ ਜਿਹੜੀ ਸੀ ਰੁਕ ਗਈ। ਲੇਕਿਨ ਉਸ ਤੋਂ ਬਾਅਦ ਅਸੀਂ ਇਸ ਜ਼ਮੀਨ ਦੇ ਉੱਤੇ ਜਿਹੜਾ ਅਸੀਂ ਨਿਸ਼ਾਨਦੇਹੀ ਕਰਵਾ ਕੇ ਤੇ ਪਿੰਡ ਦੀ ਪੰਚਾਇਤ ਜਿਹੜੀ ਸੀ ਉਹ ਕਹਿੰਦੀ ਸੀ ਕਿ ਸਾਨੂੰ ਕਬਜ਼ਾ ਦਿਵਾਓ। ਲੇਕਿਨ ਸਮੇਂ ਦੀ ਸਰਕਾਰ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਕਿਵੇਂ ਕੀਤਾ, ਲੇਕਿਨ ਅਸੀਂ ਉਹ ਜ਼ਮੀਨ ਦੀ ਜਿਹੜੀ ਸੀ ਨਿਸ਼ਾਨਦੇਹੀ ਕਰਾਉਣ ਵਾਸਤੇ ਦਰਖਾਸਤਾਂ ਦਿੱਤੀਆਂ ਤੇ ਆਹ ਲੈਟਰ ਪੈਡ ਦਿੱਤੇ। ਆਹ ਤੁਸੀਂ ਵੇਖ ਸਕਦੇ ਹੋ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਈਆ ਵੱਲੋਂ ਚਿੱਠੀਆਂ ਸੀ ਜਿਹੜੀ ਕਿ ਕਹਿੰਦੇ ਸੀ ਕਿ ਅਸੀਂ ਨਿਸ਼ਾਨਦੇਹੀ ਕਰਾਤੀ ਆ, ਜਦੋਂ ਕਿ ਉਹ ਨਿਸ਼ਾਨਦੇਹੀ ਨਹੀਂ ਕਰਵਾਈ। ਅੱਜ ਤੱਕ ਉਸ ਜ਼ਮੀਨ ਦੀ ਨਿਸ਼ਾਨਦੇਹੀ ਨਹੀਂ ਹੋਈ। ਹੁਣ ਅੱਜ ਮੈਂ ਤੁਹਾਡੇ ਪ੍ਰੈਸ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਦਾ ਹੈ ਕਿ 2016 ਦੇ ਵਿੱਚ ਜੋ ਇਹ ਹਾਈ ਕੋਰਟ ਦੇ ਆਰਡਰ ਤੁਹਾਨੂੰ ਵਿਖਾਏ ਨੇ, ਆਹ ਪਟੀਸ਼ਨ ਮੈਂ ਪਾਈ ਸੀ ਜਿਹਦੇ ਤੁਹਾਨੂੰ ਆਰਡਰ ਵਿਖਾਏ ਨੇ, ਇਸ ਪਟੀਸ਼ਨ ਦੇ ਮੁਤਾਬਕ 80 ਏਕੜ ਜ਼ਮੀਨ ਵੜੈਚ ਪਿੰਡ ਦੀ ਆ
ਗ੍ਰਾਮ ਪੰਚਾਇਤ ਬੜੈਚ ਇਹ ਜਿਹੜੀ ਜ਼ਮੀਨ ਆ ਇਹ ਛਡਾਈ ਜਾਣੀ ਚਾਹੀਦੀ ਆ। ਔਰ ਇਹਦੇ ਸੰਬੰਧ ਵਿੱਚ ਜਦੋਂ ਸਾਡੀ 17 ਮਈ ਨੂੰ ਮੀਟਿੰਗ ਹੋਈ ਸੀ CM ਸਾਹਿਬ ਦੇ ਨਾਲ, ਤੇ ਉਸ ਦਿਨ ਵੀ ਮੈਂ ਇਹ ਗੱਲ ਰੱਖੀ ਸੀ ਕਿ ਤੁਸੀਂ ਜਿਹੜੇ ਆ ਆਮ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਛਡਾ ਰਹੇ ਹੋ, ਉਹਨਾਂ ਦੇ ਵਿੱਚ ਅਸੀਂ ਇਹ ਗੱਲ ਰੱਖੀ ਸੀ ਕਿ ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ਆਬਾਦ ਕਰਾਈਆਂ ਨੇ ਜਾਂ ਲੰਬੇ ਸਮੇਂ ਤੋਂ ਬੈਠੇ ਨੇ, ਪੈਸੇ ਵੀ ਭਰੇ ਨੇ, ਇੱਥੋਂ ਤੱਕ ਸਾਡੇ ਕੋਲ ਕੇਸ ਆਏ ਕਿ 1904 ਦੇ ਵੀ ਉਹਨਾਂ ਲੋਕਾਂ ਦੇ ਕਾਬਜ਼ ਨੇ, 1904 ਤੋਂ ਲੈ ਕੇ, ਤੇ ਉਹ ਜ਼ਮੀਨਾਂ ਦੇ ਆਬਾਦਕਾਰ ਸੀ, ਉਹਨਾਂ ਕੋਲ ਤਾਂ ਤੁਸੀਂ ਛਡਵਾ ਰਹੇ ਹੋ, ਜਦੋਂ ਕਿ ਇਹ ਗਲਤ ਹੈ। ਜਿਹੜੀਆਂ ਵਾਜਬ ਜ਼ਮੀਨਾਂ ਨੇ, ਤੁਹਾਡੀਆਂ ਪੰਚਾਇਤ ਦੀਆਂ ਜ਼ਮੀਨਾਂ ਨੇ, ਤੇ ਪੋਲੀਟੀਕਲ ਦਬਾਅ ਥੱਲੇ ਜਾਂ ਕਿਸੇ ਨੇ ਵੀ ਆਪਣੀ ਹਿੱਕ ਦੇ ਜ਼ੋਰ ਦੇ ਨਾਲ ਉਹਨਾਂ 'ਤੇ ਨਜਾਇਜ਼ ਕਬਜ਼ੇ ਕੀਤੇ, ਉਹ ਤਾਂ ਛਡਾਓ। ਪਰ ਮੈਂ ਕਿਹਾ ਵੀ ਤੁਸੀਂ ਆ ਜਿਹੜੇ ਵੱਡੇ ਵੱਡੇ ਮਗਰਮੱਛ ਨੇ, ਜਿਹਦੇ ਵਿੱਚ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ, ਔਰ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆ ਤੁਹਾਡੇ ਸਾਹਮਣੇ ਇਹ ਕਰੀਬ 22 ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਫਰਦਾਂ ਨੇ ਮੇਰੇ ਕੋਲ, ਜਿਹਦੇ ਵਿੱਚ ਬੁੱਢਾ ਥੇ, ਬੜੈਚ, ਬਲਸਰਾਏ, ਜੋਧੇ ਤੇ ਇਸ ਤਰ੍ਹਾਂ ਕਰਕੇ ਇਹ ਪਿੰਡ ਨੇ, 20-22 ਪਿੰਡ ਨੇ, ਜਿਨ੍ਹਾਂ ਦੀਆਂ ਪੰਚਾਇਤੀ ਜ਼ਮੀਨਾਂ 2500 ਏਕੜ ਤੋਂ ਵੱਧ ਇਹ ਜ਼ਮੀਨ ਹੈ ਜਿਹ 'ਤੇ ਡੇਰਾ ਰਾਧਾ ਸੁਆਮੀ ਨੇ ਕਬਜ਼ੇ ਕੀਤੇ ਹੋਏ। ਤੇ ਮੈਂ ਇਹ ਗੱਲ ਕਹੀ ਸੀ ਕਿ ਤੁਸੀਂ ਉਹ ਛਡਾਓ, ਔਰ ਮੰਤਰੀ ਸਾਹਿਬ ਨੇ ਵਾਅਦਾ ਵੀ ਕੀਤਾ ਸੀ ਕਿ ਛਡਾਵਾਂਗੇ, ਪਰ ਅਜੇ ਤੱਕ ਡੇਰਾ ਰਾਧਾ ਸੁਆਮੀਆਂ ਤੋਂ ਇੱਕ ਮਰਲਾ ਜ਼ਮੀਨ ਦਾ ਵੀ ਜਿਹੜਾ ਹੈ ਉਹ ਕਬਜ਼ਾ ਨਹੀਂ ਛਡਾਇਆ ਗਿਆ। ਜਿਸ ਕਰਕੇ ਮੈਂ ਅੱਜ ਤੁਹਾਡੇ ਮੀਡੀਆ ਦੇ ਰਾਹੀਂ ਪੰਚਾਇਤ ਮੰਤਰੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਡੇਰਾ ਰਾਧਾ ਸੁਆਮੀਆਂ ਵੱਲੋਂ ਹਜ਼ਾਰਾਂ ਏਕੜ ਪੰਚਾਇਤੀ ਜ਼ਮੀਨ ਤੇ ਜੋ ਨਜਾਇਜ਼ ਕਬਜ਼ੇ ਕੀਤੇ ਨੇ ਉਹ ਤੁਰੰਤ ਛਡਾਏ ਜਾਣੇ ਚਾਹੀਦੇ ਆ। ਔਰ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਆਰਡਰ ਹੋਏ ਨੇ, ਜਿਹੜੀ ਕਿ ਇੱਥੇ ਆਰਮੀ ਦਾ ਅਸਰੇ ਦਾ ਡਿਪੂ ਹੈ, ਉਹਦੇ ਕਾਨੂੰਨੀ ਤੌਰ ਦੇ ਉੱਤੇ 1000 ਮੀਟਰ ਦੇ ਏਰੀਏ ਦੇ ਅੰਦਰ ਕੋਈ ਵੀ ਚਾਰ ਦੀਵਾਰੀ ਜਾਂ ਉੱਥੇ ਕੋਈ ਬਿਲਡਿੰਗ ਨਹੀਂ ਬਣਾ ਸਕਦਾ। ਲੇਕਿਨ ਇਹਨਾਂ ਦੀਆਂ ਬਿਲਡਿੰਗਾਂ ਵੀ ਬਣੀਆਂ ਨੇ, ਚਾਰ ਦੀਵਾਰੀ ਵੀ ਹੋਈ ਆ, ਔਰ ਮੈਨੂੰ ਜੋ ਰਿਪੋਰਟਾਂ ਮਿਲੀਆਂ ਨੇ ਮੈਂ ਤੁਹਾਡੇ ਰਾਹੀਂ ਉਹ ਸਰਕਾਰ ਤੱਕ ਤੇ ਪ੍ਰਸ਼ਾਸਨ ਨੂੰ ਇੱਕ ਸੁਚੇਤ ਕਰਨਾ ਚਾਹੁੰਦਾ। ਮੈਨੂੰ ਇਹ ਰਿਪੋਰਟਾਂ ਮਿਲੀਆਂ ਨੇ ਕਿ ਕੱਲ੍ਹ ਨੂੰ ਡੇਰਾ ਰਾਧਾ ਸੁਆਮੀ ਦੇ ਕਾਫੀ ਲੋਕ ਉੱਥੇ ਆ ਰਹੇ ਨੇ, ਜਿਹੜੇ ਇਹ ਚੀਜ਼ ਕਹਿਣਗੇ ਕਿ ਜਿੱਥੇ ਇਹਨਾਂ ਦੇ ਡੀਪੂ ਦੇ ਆਰਮੀ ਦਾ ਡੀਪੂ ਹੈ ਤੇ ਜਿੱਥੇ ਅਸਲਾ ਪਿਆ ਇਹਨਾਂ ਦਾ, ਉਸ ਜਗ੍ਹਾ ਤੋਂ ਲੈ ਕੇ 1000 ਮੀਟਰ ਦੀ ਜਿਹੜੀ ਆ ਉਹ ਦੂਰੀ ਜਿਹੜੀ ਆ ਉਹ ਤੈਅ ਕੀਤੀ ਜਾਵੇ, ਉੱਥੋਂ ਨਿਸ਼ਾਨਦੇਹੀ ਹੋਣੀ ਚਾਹੀਦੀ ਆ। ਪਰ ਜਿਸ ਤਰ੍ਹਾਂ ਹੁਣ ਆਪਾਂ ਇੱਥੇ ਆ PR ਰੈਜ਼ੀਡੈਂਸੀ ਹੋਟਲ ਦੇ ਵਿੱਚ ਬੈਠੇ ਆ, ਇਹਦੀ ਜਿਹੜੀ ਹੱਦ ਹੈ ਇਹ ਘੱਟ ਤੋਂ ਘੱਟ ਵੀ ਹੋਵੇ ਤੇ ਮੇਰਾ ਖਿਆਲ ਹੈ ਸੜਕ ਜਿਹੜੀ ਹੈ ਉਹ ਤੋਂ ਇਹ 40 ਫੁੱਟ ਦੀ ਦੂਰੀ 'ਤੇ ਹੋਵੇਗੀ। ਤੇ ਜੇ ਇਹ ਗੱਲ ਕਹੀ ਜਾਵੇ ਕਿ ਇਸ ਮੇਜ਼ ਤੋਂ ਲੈ ਕੇ ਹੋਟਲ ਦੀ ਜਿਹੜੀ ਹੈ ਇਹ ਪਮਾਇਸ਼ ਕੀਤੀ ਜਾਏ ਤੇ ਇਹ ਵਾਜਬ ਨਹੀਂ। ਜਿੱਥੇ ਆਰਮੀ ਦੇ ਅਸਲਾ ਡਿਪੂ ਦੀ ਬਾਉਂਡਰੀ ਆ ਬਾਹਰਲੀ, ਆਰਮੀ ਦੀ ਹਦੂਦ ਤੋਂ ਬਾਹਰਲਾ ਪਾਸਾ ਮਿਲੇ ਜਾਵੇ, ਬਿਲਕੁਲ ਖਤਮ ਹੁੰਦੀ ਉਸ ਤੋਂ ਬਾਅਦ ਮਿੰਤੀ ਉੱਥੋਂ ਹੋਣੀ ਚਾਹੀਦੀ ਹੈ। ਪਰ ਜੋ ਮੈਨੂੰ ਰਿਪੋਰਟਾਂ ਮਿਲੀਆਂ ਨੇ, ਪਰ ਮੈਂ ਸੁਚੇਤ ਕਰ ਰਿਹਾ ਤੁਹਾਡੇ ਰਾਹੀਂ, ਕਿਉਂਕਿ ਜਿਹੜੀ ਸਾਡੇ ਕੋਲੇ ਰਿਪੋਰਟ ਆਈ ਆ, ਮਤਲਬ ਉਹਦੀ ਬਾਉਂਡਰੀ ਤੋਂ ਜਿਹੜੀ ਆ ਉਹ 1000 ਮੀਟਰ ਦੀ ਜਿਹੜੀ ਆ ਉਹ ਅੱਗੇ ਨਿਸ਼ਾਨਦੇਹੀ ਹੋਣੀ ਚਾਹੀਦੀ ਆ। ਸੋ ਇਹਨਾਂ ਨੇ ਜਿਸ ਤਰ੍ਹਾਂ ਹੁਣ ਤੱਕ ਇਹ ਡੇਰਿਆਂ ਨੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਜਿਸ ਤਰ੍ਹਾਂ ਕਬਜ਼ੇ ਕੀਤੇ ਨੇ, ਔਰ ਜ਼ਬਰਦਸਤੀ ਇਹਨਾਂ ਨੇ ਦਰਿਆ ਦੇ ਵਹਾਅ ਬਦਲੇ ਆ, ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਕਬਜ਼ੇ। ਇੱਕ ਮੇਰੇ ਕੋਲ ਆ ਕੇਸ ਹੈ, ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਹੈ, ਔਰ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਦੀ 13 ਮਰਲੇ ਜ਼ਮੀਨ ਹੈ। ਉਹ 13 ਮਰਲੇ ਜ਼ਮੀਨ ਜਿਹੜੀ ਆ ਉਹ ਇਹਨਾਂ ਨੇ ਫਰਜ਼ੀ ਇੱਕ ਰਜਿਸਟਰੀ ਕਰਾਈ ਆ। ਉਹਦੇ ਤੇ
ਜ਼ਮੀਨ ਜਿਹੜਾ ਗੁਰਦੁਆਰਾ ਜਿਹੜਾ ਹੈ, ਗੁਰਦੁਆਰਾ ਬਣੇ ਨੂੰ ਮੌਕੇ ਤੇ ਗੁਰਦੁਆਰਾ ਹੈ, ਇਹਨਾਂ ਨੇ 2007-8 ਦੇ ਵਿੱਚ ਰਜਿਸਟਰੀ ਕਰਾਈ ਆ। ਰਜਿਸਟਰੀ ਜਿਨ੍ਹਾਂ ਨੇ ਰਜਿਸਟਰੀ ਕਰਕੇ ਦਿੱਤੀ ਆ, ਉਹਨਾਂ ਦੇ ਵੱਡਿਆਂ ਨੇ ਗੁਰਦੁਆਰਾ ਬਾਬਾ ਜੀਵਨ ਸਿੰਘ ਜਿਹੜਾ ਪਿੰਡ ਵੜੈਚ ਦੇ ਵਿੱਚ ਬਣਿਆ ਹੋਇਆ ਹੈ, ਉਹਨੂੰ ਦਾਨ ਦਿੱਤੀ ਸੀ, ਲੇਕਿਨ ਉਹ ਜ਼ਮੀਨ ਉਹਨਾਂ ਦੇ ਨਾਂ ਸੀ। ਉਹਨਾਂ ਦੇ ਅੱਗੋਂ ਵਾਰਸਾਂ ਕੋਲੋਂ ਡੇਰਾ ਰਾਧਾ ਸੁਆਮੀਆਂ ਨੇ ਰਜਿਸਟਰੀ ਕਰਵਾ ਲਈ। ਆਰਟੀਆਈ ਦੇ ਵਿੱਚ ਮੈਂ ਜਾਣਕਾਰੀ ਲਈ ਕਿ ਇਸ ਜ਼ਮੀਨ ਤੇ ਮੌਕੇ ਤੇ ਕਬਜ਼ਾ ਕੀਤਾ ਹੈ। ਇੱਕ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਆ, ਉਸ ਰਿਪੋਰਟ ਦੇ ਵਿੱਚ ਲਿਖਦੇ ਆ ਕਿ ਇਹ ਜ਼ਮੀਨ ਜਿਹੜੀ ਆ ਇਹ ਤੇ ਇੰਨੇ ਇੰਤਕਾਲ ਨੰਬਰ ਦੇ ਨਾਂ ਦੇ ਇੰਤਕਾਲ ਦੇ ਨੰਬਰ ਦੇ ਰੂਹ ਨਾਲ ਡੇਰਾ ਰਾਧਾ ਸੁਆਮੀ ਮਾਲਕ ਨੇ, ਤੇ ਮੌਕੇ ਤੇ ਕਬਜ਼ਾ ਵੀ ਡੇਰਾ ਰਾਧਾ ਸੁਆਮੀਆਂ ਦਾ ਹੈ। ਔਰ ਇਹ ਵੀ ਲਿਖਿਆ ਹੈ ਕਿ ਉੱਥੇ ਇੱਕ ਕੋਠਾ ਹੈ, ਜਦੋਂ ਕਿ ਮੌਕੇ ਦੇ ਉੱਤੇ ਗੁਰਦੁਆਰਾ ਸਾਹਿਬ ਅੰਦਰ ਹੈ। ਉਸ ਜਗ੍ਹਾ ਦੇ ਵਿੱਚ 13 ਮਰਲਿਆਂ 'ਚ ਗੁਰਦੁਆਰਾ ਬਣਿਆ ਹੋਇਆ ਔਰ ਨਿਸ਼ਾਨ ਸਾਹਿਬ ਲੱਗਿਆ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਉੱਥੇ ਬਕਾਇਦਾ ਗ੍ਰੰਥੀ ਰਹਿੰਦਾ ਹੈ ਔਰ ਗ੍ਰੰਥੀ ਦੇ ਰਹਿਣ ਵਾਸਤੇ ਵੀ ਉੱਥੇ ਕਮਰਾ ਹੈ। ਪਰ ਮਹਿਕਮਾ ਮਾਲ ਨੇ ਜਿਹੜੀ ਮੈਨੂੰ ਆਰਟੀਆਈ ਦਿੱਤੀ ਆ, ਉਹਦੇ ਵਿੱਚ ਉਹ ਲਿਖਦੇ ਨੇ ਕਿ ਇਹ ਜ਼ਮੀਨ ਜਿਹੜੀ ਆ ਇਹ 'ਤੇ ਕਬਜ਼ਾ ਜਿਹੜਾ ਉਹ ਡੇਰਾ ਰਾਧਾ ਸੁਆਮੀਆਂ ਦਾ ਹੈ। ਜਦੋਂ ਜ਼ਮੀਨ ਵੇਚ ਦਿੱਤੀ, ਜਿਵੇਂ ਵੱਡੀ ਲਿਖੀ ਹੋਏਗੀ, ਮਾਲ ਵਿਭਾਗ ਨੇ ਤਾਂ ਉਹਦੇ ਮੁਤਾਬਕ ਹੀ ਦੇਣਾ ਹੈ ਨਾ। ਉਹ ਕਿਤੋਂ ਆਪਣੇ ਕੋਲੋਂ ਲੱਤ ਕੇ ਲੈ ਕੇ ਨਹੀਂ ਅਮਰਤਪਾਲ ਸਿੰਘ ਜੀ, ਇਸ ਤਰ੍ਹਾਂ ਨਹੀਂ। ਉਹਨੇ ਗੁਰਦੁਆਰਾ ਨਹੀਂ ਵੇਚਿਆ, ਉਹਨੇ 13 ਕਿਉਂ, ਕੀ ਗੱਲ? ਜੇ ਮਹਿਕਮਾ ਮਾਲ ਇਹ ਨਹੀਂ ਵੇਖੇਗਾ ਵੀ ਇਹਦੇ ਇੱਥੇ ਕੀ ਇੱਕ ਕੋਠਾ, ਉਹਨਾਂ ਨੂੰ ਇੱਕ ਕੋਠਾ ਕਿਵੇਂ ਦਿਸ ਪਿਆ? ਤੇ ਜਿਹੜੇ ਧਾਰਮਿਕ ਆਗੂ ਉੱਥੇ ਸਮਝੌਤਾ ਕਰ ਰਹੇ ਸੀ, ਉਦੋਂ ਐਸੇ ਗੁਰਦੁਆਰੇ ਨੂੰ ਲੈ ਕੇ, ਇਹ ਗੁਰਦੁਆਰੇ ਨੂੰ ਲੈ ਕੇ ਨਹੀਂ ਹੋਇਆ, ਇਸ ਗੁਰਦੁਆਰੇ ਨੂੰ ਲੈ ਕੇ ਸਮਝੌਤਾ ਨਹੀਂ ਹੋਇਆ। ਉਹ ਕਿਹੜੇ ਨਾਲ ਸੀ? ਉਹ ਗੁਰਦੁਆਰਾ ਅੰਦਰ ਪਿੰਡ ਦਾ ਸੀ, ਵੜੈਚ ਪਿੰਡ ਦਾ ਸੀ। ਇਹ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਨਾਂ ਤੇ ਆ। ਇਹ ਤੇ ਮੈਂ ਉਦੋਂ ਵੀ ਲੰਮੀ ਲੜਾਈ ਆਇਆ, ਤੇ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਜਿਹੜੇ ਧਾਰਮਿਕ ਆਗੂ ਸਮਝੌਤਾ ਕਰ ਰਹੇ ਸੀ, ਅਮਰਤਪਾਲ ਸਿੰਘ ਜੀ, ਇਹ ਸਵਾਲ ਤੁਸੀਂ ਉਹਨਾਂ ਤੇ ਕਰਿਓ, ਮੈਂ ਉਹਦੇ ਵਿੱਚ ਨਹੀਂ ਹੈਗਾ, ਕਿਉਂਕਿ ਮੈਂ ਤਾਂ ਉਹ ਗੁਰਦੁਆਰੇ ਦੀ ਜਗ੍ਹਾ ਛਡਾਉਣ ਦੇ ਹੱਕ 'ਚ ਸਾਂ। ਇਸ ਕਰਕੇ ਆਪਾਂ ਉਧਰ ਨਾ ਜਾਈਏ, ਆਪਾਂ ਗੱਲ ਮੌਕੇ ਦੀ ਕਰੀਏ। ਉਹਨਾਂ ਨੇ ਵੀ ਕਿਹਾ ਸੀ ਕਿ ਸਮਝੌਤਾ ਕਰਨ ਤੋਂ ਬਾਅਦ ਗੱਡੀਆਂ ਸੋਹਣੀਆਂ ਆ ਗਈਆਂ ਨੇ, ਮੈਂ ਕਿਹਾ ਸੀ ਉਹਨਾਂ ਨੂੰ। ਦੇਖੋ, ਇਹ ਉਹਨਾਂ ਦੀ ਗੱਲ ਆਪਾਂ ਨਾ ਕਰੀਏ, ਆਪਾਂ ਗੱਲ ਮੌਕੇ ਦੀ ਕਰੀਏ। ਭਈ ਜਿਹੜਾ ਪਿੰਡ ਵੜੈਚ ਦੇ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਨਾਂ ਦੇ ਉੱਤੇ ਬਣਿਆ, ਉੱਥੋਂ ਤੱਕ ਉਹਨਾਂ ਨੇ ਜਿਹੜੀ ਆ ਉਹ ਥੱਲਿਓਂ ਜ਼ਮੀਨ ਦੀ ਮਿੱਟੀ ਜਿਹੜੀ ਆ ਕੱਢ ਰਹੀ ਆ 30-30 ਫੁੱਟ ਡੂੰਘਿਆ। ਉਹ ਉਦੋਂ ਰੌਲਾ ਪਾਉਣ ਕਰਕੇ ਹੀ ਬਚਿਆ ਸੀ, ਪਰ ਉਸ ਤੋਂ ਬਾਅਦ ਫਿਰ ਉਹ ਉਸ ਗੁਰਦੁਆਰੇ ਦੇ ਉੱਤੇ ਕਬਜ਼ਾ ਜਿਹੜਾ ਉਹ ਜ਼ਮੀਨ ਤੇ ਕਬਜ਼ਾ। ਹੁਣ ਸਵਾਲ ਇਹ ਆ ਵੀ ਇੱਕ ਬੰਨੇ ਤੇ ਇਹ ਆਪਣੇ ਆਪ ਨੂੰ ਧਾਰਮਿਕ ਮੁਖੀ ਕਹਾਉਂਦੇ, ਦੂਸਰੇ ਪਾਸੇ ਇਹ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਗਲਤ ਕਰਾ ਰਹੇ ਨੇ। ਮੌਕੇ ਤੇ ਗੁਰਦੁਆਰਾ, ਮਹਿਕਮਾ ਮਾਲ ਉਹਨਾਂ ਨੂੰ ਦੱਸ ਰਿਹਾ। ਫਿਰ ਇਹ ਦੱਸੋ ਵੀ ਜਿਹੜੀਆਂ ਆ ਮੇਰੇ ਕੋਲੇ ਫਰਦਾਂ ਨੇ, ਇਹ ਕਰੀਬ, ਜਿਸ ਤਰ੍ਹਾਂ ਪਹਿਲਾਂ ਦੱਸਿਆ ਤੁਹਾਨੂੰ ਕਿ ਬੁੱਢਾ ਥੇ, ਜੱਲੂਵਾਲ, ਸ਼ੇਰੋ ਨਿਗਾਹ, ਚਿੱਟਾ ਸ਼ੇਰ, ਜੋਧੇ, ਇਹ ਸਾਰਿਆਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਰਜਿਸਟਰੀਆਂ ਨੇ। ਤੇ ਇਹਨਾਂ ਦੇ ਵਿੱਚ ਜਿਹੜੀ ਜ਼ਮੀਨ ਦੀ ਕਿਸਮ ਹੁੰਦੀ ਆ, ਉਸ ਖਾਨੇ ਦੇ ਵਿੱਚ ਝੰਗੀ ਦਰਖਤ ਜਾਂ ਦਰਿਆ ਬੁਰਦ ਜਾਂ ਇਹਦੇ ਵਿੱਚ ਸਰਕੰਡਾ ਲਿਖਿਆ। ਕੀ ਤੁਸੀਂ ਕਦੀ ਡੇਰੇ ਦੇ ਅੰਦਰ ਜਿਹੜੀ ਬਾਹਰ ਚਾਰ ਦੀਵਾਰੀ ਆ ਤੇ ਤਾਰ ਫੈਂਸੀ ਦੇ ਅੰਦਰ ਉੱਥੇ ਕਦੀ ਸਰਕੰਡਾ ਵੇਖਿਆ? ਕਦੀ ਤੁਸੀਂ ਉੱਥੇ ਇਹ ਵੇਖਿਆ ਕਿ ਇੱਥੇ ਝੰਗੀਆਂ ਨੇ, ਇੱਥੇ ਝਾੜੀਆਂ ਨੇ, ਇੱਥੇ ਜਿਹੜਾ ਟੋਏ ਟਿੱਬੇ ਨੇ, ਇੱਥੇ ਰੇਤਾ? ਪਰ ਉਹ ਇੰਦਰਾਜ ਜਿਹੜਾ ਕਰਾ ਰਹੇ ਨੇ ਤੇ ਮਾਲ ਮਹਿਕਮਾ ਜਿਹੜਾ ਕਰਕੇ ਦੇ ਰਿਹਾ, ਤੁਸੀਂ ਕਹਿਤਾ ਵੀ ਇਹ ਜਿਹੜਾ ਮਾਲਕਾਂ ਨੇ ਲਿਖ ਕੇ ਦੇ ਦਿੱਤਾ ਤੇ ਉਹਨਾਂ ਨੇ ਕੀ ਵੇਖਣਾ? ਕੀ ਸਾਰੀ ਜ਼ਮੀਨ ਜਿਹੜੀ ਅੰਦਰ ਆ ਉਹ ਝੰਗੀ ਦਰਖਤ ਨੇ, ਉੱਥੇ ਟੋਏ ਟਿੱਬੇ ਨੇ? ਕੀ ਉਹ ਸਾਰੀ ਦਰਿਆ ਬੁਰਦ ਆ? ਇਸ ਕਰਕੇ ਮਹਿਕਮਾ ਮਾਲ ਤੇ ਡੇਰਾ ਮੁਖੀ ਰਾਧਾ ਸੁਆਮੀ ਵੱਲੋਂ ਮਿਲੀ ਭੁਗਤ ਰਾਹੀਂ ਇਹਨਾਂ ਜ਼ਮੀਨਾਂ ਦੀਆਂ ਕਿਸਮਾਂ ਵੀ ਆਪਣੇ ਹਿਸਾਬ ਨਾਲ ਲਿਖੀਆਂ ਨੇ। ਸੋ ਮੈਂ ਇੱਕੋ ਗੱਲ ਕਰਾਂਗਾ
ਕਿ ਜਿਹੜੀ 80 ਏਕੜ ਜ਼ਮੀਨ ਪਿੰਡ ਵੜੈਚ ਦੀ 8/12/2016 ਨੂੰ ਹਾਈ ਕੋਰਟ ਵੱਲੋਂ ਜਿਹੜਾ ਉਹ ਆਰਡਰ ਹੋ ਚੁੱਕੇ ਨੇ ਉਹ ਜ਼ਮੀਨ ਖਾਲੀ ਕਰਨ ਦੀ, ਤੇ ਇਹ ਰਾਧਾ ਸੁਆਮੀ ਵੀ ਮੰਨੇ ਨੇ ਕਿ ਸਾਡਾ ਇਹ ਜ਼ਮੀਨ ਤੇ ਕੋਈ ਕਬਜ਼ਾ ਨਹੀਂ, ਜਦੋਂ ਕਿ ਉਸ ਜ਼ਮੀਨ ਦੇ ਅੰਦਰ ਸ਼ੈੱਡ ਬਣੇ ਨੇ, ਉੱਥੇ ਜਿਹੜੀਆਂ ਨੇ ਇਹਨਾਂ ਨੇ ਟਾਇਲਟਾਂ ਬਣਾਈਆਂ ਹੋਈਆਂ ਨੇ, ਉੱਥੇ ਪਾਰਕਾਂ ਬਣੀਆਂ ਹੋਈਆਂ ਨੇ। ਇਹਦੀ ਪੜਤਾਲ ਹੋਣੀ ਚਾਹੀਦੀ ਆ ਵੀ ਇਹ ਜਿਹੜੀ 80 ਏਕੜ ਜ਼ਮੀਨ ਜਿਹਦੇ ਹਾਈ ਕੋਰਟ ਚੋਂ 8/12/2016 ਨੂੰ ਆਰਡਰ ਹੋਏ ਨੇ, ਮੌਕੇ ਦੇ ਉੱਤੇ ਕਬਜ਼ਾ ਕਿਹਦਾ, ਉਹ ਜ਼ਮੀਨ ਤਾਰ ਫੈਂਸੀ ਦੇ ਤੇ ਚਾਰ ਦੀਵਾਰੀ ਦੇ ਅੰਦਰ ਹੈ ਜਾਂ ਨਹੀਂ। ਮੈਂ ਕਹਿੰਦਾ ਕਿ ਉਹ ਚਾਰ ਦੀਵਾਰੀ ਦੇ ਅੰਦਰ ਹੈ ਔਰ ਉਹਦੀ ਪੜਤਾਲ ਹੋਣੀ ਚਾਹੀਦੀ ਆ, ਤੇ ਉਹ ਜ਼ਮੀਨ ਜਿਹੜੀ ਆ ਇਹਨਾਂ ਡੇਰਾ ਰਾਧਾ ਸੁਆਮੀਆਂ ਤੋਂ ਜਿਹੜਾ ਕਬਜ਼ਾ ਮੁਕਤ ਕਰਾਉਣੀ ਚਾਹੀਦੀ। ਸਾਡਾ ਇਹ ਜ਼ਮੀਨ ਨਾਲ ਕੋਈ ਲਿੰਕ ਹੀ ਨਹੀਂ ਹੈਗਾ, ਔਰ ਇਹਦੀ ਫਰਜ਼ੀ ਬੋਲੀ ਹੁੰਦੀ ਆ, ਸਾਲ ਪਿੱਛੋਂ ਫਰਜ਼ੀ ਬੋਲੀ ਵੀ ਹੁੰਦੀ ਆ, ਹੋਰ ਕੋਈ ਕਰ ਨਹੀਂ ਸਕਦਾ। ਅਸੀਂ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦਿੱਤੇ ਸੀ, ਆ ਜਿਹੜਾ ਆਰਡਰ ਜਿਹੜੀ ਪਟੀਸ਼ਨ ਪਾਈ ਆ, ਇਹਦੇ ਵਿੱਚ ਅਸੀਂ ਇਹ ਕਿਹਾ ਸੀ ਕਿ ਇਹ ਕਹਿੰਦੇ ਸੀ ਵੀ ਇਹ ਜ਼ਮੀਨ ਜਿਹੜੀ ਆ ਇਹਨੂੰ ਕੋਈ ਠੇਕੇ ਤੇ ਨਹੀਂ ਲੈਂਦਾ। ਅਸੀਂ ਕਿਹਾ ਸੀ ਕਿ ਅਸੀਂ ਇਹ 30,000 ਰੁਪਇਆ ਪਰ ਏਕੜ ਠੇਕੇ ਤੇ ਲੈਣ ਨੂੰ ਤਿਆਰ ਆ, ਪਰ ਬਸ਼ਰਤੇ ਕਿ ਇਹਨਾਂ ਦੀ ਚਾਰ ਦੀਵਾਰੀ ਜਿਹੜੀ ਆ ਉੱਥੋਂ ਹਟਾਈ ਜਾਵੇ। ਇਹ ਸਾਡੇ ਹਾਈ ਕੋਰਟ ਦੇ ਵਿੱਚ ਬਿਆਨ ਹੈ ਜੀ, ਪਿੰਡ ਦੇ ਲੋਕਾਂ ਨੇ ਦਿੱਤੇ ਆ, ਬਾਹਰਦਿਆਂ ਨੇ ਦਿੱਤੇ। ਬਹੁਤ ਵੱਡੀ ਪ੍ਰੈਸ ਦੀ ਕੁਰਬਾਨੀ ਹੈ। ਗੁਰਮੀਤ ਰਾਮ ਰਹੀਮ ਦੇ ਪਰਦੇ ਫਾਸ ਕਰਨ ਵਾਲਾ ਛਤਰਪਤੀ ਆਪਣੀ ਕੁਰਬਾਨੀ ਦੇ ਕੇ ਤੇ ਗੁਰਮੀਤ ਰਾਮ ਰਹੀਮ ਦੇ ਉਹਨੇ ਪਰਦੇ ਫਾਸ ਕੀਤੇ ਤੇ ਉਹਨੂੰ ਜੇਲ੍ਹ ਭੇਜਿਆ। ਜਿਹੜਾ ਆ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਹੈ, ਇਹਦੇ ਪਰਦੇ ਫਾਸ ਕਰਨ ਵਾਸਤੇ ਵੀ ਪ੍ਰੈਸ ਦੀ ਬੜੀ ਵੱਡੀ ਕੁਰਬਾਨੀ ਹੈ। ਅਸੀਂ ਪ੍ਰੈਸ ਦੇ ਹੱਕ 'ਚ ਮਰਵਾਉਣ ਦੇ ਨਹੀਂ। ਅਸੀਂ ਇਹ ਗੱਲ ਕਹਿੰਦੇ ਆ ਕਿ ਉਸ ਟਾਈਮ ਤੇ ਦਵਿੰਦਰ ਸਿੰਘ ਭੰਗੂ ਤੇ ਰਿਖੀ, ਉਹਨਾਂ ਦੀ ਜਿਹੜੀ ਉਹ ਜ਼ਿੰਦਗੀ ਆ ਬੜੀ ਮੁਸ਼ਕਿਲ ਦੇ ਨਾਲ ਬਚੀ ਸੀ, ਤੇ ਉਹ ਜਦੋਂ ਅਖਬਾਰਾਂ 'ਚ ਖਬਰਾਂ ਲੱਗੀਆਂ ਤੇ ਮੈਂ ਉੱਥੇ ਉਹਨਾਂ ਦੀਆਂ ਖਬਰਾਂ ਪੜ੍ਹ ਕੇ ਗਿਆ ਸਾਂ, ਤੇ ਉਸ ਤੋਂ ਬਾਅਦ ਇਹ ਸਾਰਾ ਕੰਮ ਜਿਹੜਾ ਸ਼ੁਰੂ ਕੀਤਾ ਹੈ। ਤੇ ਇਹ ਅੱਜ ਜਿਹੜਾ ਇਹ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਕਰਕੇ ਮੈਂ ਤਾਂ ਪ੍ਰੈਸ ਨੂੰ ਸਲੂਟ ਕਰਦਾ ਕਿ ਇਹੋ ਜਿਹੇ ਡੇਰਿਆਂ ਦੇ ਆਪਣੀਆਂ ਜਾਨਾਂ ਹੀਲ ਕੇ ਵੀ ਜਿਹੜਾ ਉਹ ਪ੍ਰੈਸ ਵਾਲਿਆਂ ਨੇ ਇਹਨਾਂ ਡੇਰਿਆਂ ਦੇ ਪਰਦੇ ਫਾਸ ਕੀਤੇ ਆ। ਹੋਰ ਵੀ ਜਿੱਥੇ ਕਿਤੇ ਇਸ ਤਰ੍ਹਾਂ ਦੇ ਹਾਲਾਤ ਕਿਤੇ ਹੁੰਦੇ ਨੇ, ਔਰ ਪ੍ਰੈਸ ਵਾਲੇ ਜਿਹੜੇ ਨੇ ਆਪਣੀ ਜਾਨ ਦੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਦੇ। ਪਰ ਅਫਸੋਸ ਹੈ ਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਤੇ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਉਹ ਇਹਨਾਂ ਲੋਕਾਂ ਦਾ ਪੱਖ ਪੂਰਦੀ। ਤੇ ਮੈਂ ਤੁਹਾਨੂੰ ਤਾਂ ਜ਼ਰੂਰ ਕਰਦਾ, ਦੱਸ ਦੇਣਾ ਤੇ ਆਸ ਕਰਦਾ ਕਿ ਤੁਹਾਡੀ ਜਿਹੜੀ ਚੱਲੀ ਹੋਈ ਕਲਮ ਇੱਕ ਦਿਨ ਉਹ ਦੂਰ ਨਹੀਂ। ਜਿੱਦਾਂ ਕਿ ਆ ਮੇਰੇ ਕੋਲ ਇੱਕ ਕੇਸ ਹੋਰ ਹੈ, ਇਹ ਮੈਂ ਤੁਹਾਡੇ ਕੋਲ ਬਾਅਦ 'ਚ ਰੱਖਾਂਗਾ, ਇਹ ਵੀ ਲਿਆਵਾਂਗਾ ਤੁਹਾਡੇ ਕੋਲੇ ਮੈਂ ਸਾਹਮਣੇ ਤੁਹਾਡੇ, ਕਿ ਮਰਿਆ ਬੰਦਿਆਂ ਦੀਆਂ ਜਿਹੜੀਆਂ ਨੇ ਉਹ ਰਜਿਸਟਰੀਆਂ ਕਰਵਾਈਆਂ ਇਹਨਾਂ ਨੇ। ਆ ਮੇਰੇ ਕੋਲ ਸਾਰੇ ਸਬੂਤ ਨੇ, ਇਹ ਬਾਅਦ 'ਚ ਰੱਖਾਂਗੇ। ਦੇਖੋ ਮੇਰੇ ਕੱਲ ਦੇ 3-4 ਪ੍ਰੋਗਰਾਮ ਨੇ, ਹੁਣ ਨਾਲ ਦੇ ਨਾਲ ਸਲਾਹ ਕਰਕੇ ਜੇ ਆਗਿਆ ਮਿਲੀ, ਕਿਉਂਕਿ ਹਰਿਦੁਆਰ ਇੱਕ ਰੈਲੀ ਹੈ ਤੇ ਉੱਥੇ ਜਾਣਾ ਵੀ ਜ਼ਰੂਰੀ ਆ, ਪਹਿਲਾਂ ਤੋਂ ਪ੍ਰੋਗਰਾਮ ਬਣੇ ਹੋਏ ਨੇ, ਇਹ ਤਾਂ ਕੱਲ ਆਇਆ।